ਕਰਕੇ ਕੋਈ ਹੈ ਨਾ ਸਿੱਖ ਕੇ ਅੱਗੇ ਵੱਧਦੇ ਜਾਂਦੇ ਹਾਂ ਅਸੀਂ ਹੌਲੀ ਹੌਲੀ ਅਤੇ ਉਹ ਸਕਿੱਲ ਤਾਂ ਸਾਡੇ ਹੌਲੀ ਹੌਲੀ ਜਿਹੜੇ ਨੇ ਜੋਬ ਨਾਲ ਇੰਪਰੂਵ ਕਾਫੀ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਇੱਕ US ਦਾ ਕਲਚਰ ਵੀ ਥੋੜ੍ਹਾ ਇੱਦਾਂ ਦਾ ਹੈ ਕਿ ਜੇ ਤੁਸੀਂ ਸਕਿੱਲਫੁਲ ਨਹੀਂ ਹੈਗੇ ਤਾਂ ਉਹ ਬੰਦੇ ਨੂੰ ਜੱਜ ਕਰਨ ਨੂੰ ਮਿੰਟ ਲਾਉਂਦੇ ਨੇ ਜੀ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬੰਦਾ ਜਿਹੜਾ ਹੈਗਾ ਇਹ ਗੱਲਾਂ ਨਾਲ ਹੀ ਸਾਰੀ ਜਾਂਦਾ, ਇਹ ਵਿੱਚ ਇਹਦੇ ਸਕਿੱਲ ਹੈ ਨਹੀਂ। ਉਹ ਤੁਹਾਨੂੰ ਜਿਹੜਾ ਹੈ ਨਾ ਤੁਸੀਂ ਐਂ ਕਹਿ ਲਓ ਕਿ ਪ੍ਰੈਸ਼ਰ ਨਾਲ ਕਹਿ ਲਓ ਜਾਂ ਤੁਸੀਂ ਦੇਖੋ ਦੇਖੀ ਤੁਹਾਨੂੰ ਆਪਣਾ ਸਕਿੱਲ ਡਿਵੈਲਪ ਕਰਨਾ ਪੈਂਦਾ ਜੇ ਤੁਸੀਂ ਪਹਿਲਾਂ ਥੋੜ੍ਹਾ ਬਹੁਤ ਲੈਕ ਕਰ ਰਹੇ ਹੋ ਉਹਦੇ ਵਿੱਚ। ਸਕਿੱਲਸ ਤਾਂ ਮੇਰੇ ਜਿਹੜੇ ਸੀਗੇ ਉੱਥੇ ਇੰਪਰੂਵ ਉਹਨਾਂ ਨੇ ਹੌਲੀ ਹੌਲੀ ਆਟੋਮੋਟਿਵ ਇੰਡਸਟਰੀ ਵਿੱਚ ਮੈਂ 6-7 ਸਾਲ ਲਾਏ ਨੇ ਅਤੇ ਮੈਨੂੰ ਜੋ ਉੱਥੋਂ ਪਤਾ ਲੱਗਿਆ ਕਿ ਜਿਹੜਾ ਕਲਚਰ ਜਿਹੜਾ ਉਹਨਾਂ ਦਾ ਹੈਗਾ ਨਾ ਉਹ ਬੇਸਿਕਲੀ ਇਟਸ ਫੋਕਸਡ ਔਨ ਦ ਮਾਈਂਡ ਸੈਟ। ਠੀਕ ਹੈ, ਆਪਾਂ ਸਾਰੇ ਇੱਥੇ ਬੈਠੇ ਹਾਂ, ਆਪਾਂ ਸਾਰੇ ਇੰਜੀਨੀਅਰਸ ਹਾਂ, ਆਪਾਂ ਸਾਰੇ ਕਾਮਯਾਬ ਤਾਂ ਹੋ ਹੀ ਜਾਣਾ ਕਿਉਂਕਿ ਅਸੀਂ ਟੈਕਨੀਕਲੀ ਸਾਨੂੰ ਕੋਈ ਇੱਥੇ ਵੱਧ ਪੈਸੇ ਦੇ ਦੇਗਾ ਜਾਂ ਘੱਟ ਪੈਸੇ ਦੇ ਦੇਗਾ, ਪਰ ਹੌਲੀ ਹੌਲੀ ਕਰਦੇ ਕਰਦੇ ਅਸੀਂ ਆਪਣੀ ਫੀਲਡ ਵਿੱਚ ਸੈੱਟ ਹੋ ਜਾਵਾਂਗੇ, ਸਾਰੇ ਸੈੱਟ ਹੋ ਜਾਣਗੇ। ਸਾਰੇ ਹੋ ਵੀ ਗਏ ਨੇ, ਇੱਥੇ ਵੀ ਹੋ ਗਏ ਨੇ, ਉੱਥੇ ਵੀ ਹੋ ਗਏ ਨੇ, ਕੋਈ 19-21 ਰਹਿ ਜਾਂਦਾ ਫਰਕ, ਪਰ ਸਾਰੇ ਸੈੱਟ ਹੋ ਜਾਂਦੇ ਨੇ। ਪਰ ਜਿਹੜਾ ਮੇਨ ਜਿਹੜਾ ਮੇਰਾ ਅੱਜ ਦਾ ਟੌਪਿਕ ਹੈ ਨਾ ਉਹ ਮਾਈਂਡ ਸੈਟ ਹੈ। ਮੈਂ ਇਸ ਕਰਕੇ ਅੱਜ ਮੈਂ ਇੱਥੇ ਆਇਆ ਕਿ ਮਾਈਂਡ ਸੈਟ ਬਾਰੇ ਇੱਥੇ ਜਿਹੜਾ ਹੈਗਾ ਨਾ ਫੋਕਸ ਬੜਾ ਘੱਟ ਦਿੱਤਾ ਜਾ ਰਿਹਾ ਹੈ। ਜਿਹੜਾ ਇਨਸਾਨ ਦਾ ਮਾਈਂਡ ਸੈਟ ਹੈ ਉਹ ਕਿੱਦਾਂ ਉਹਦੀ ਗਰੋਥ ਵਿੱਚ, ਉਹਦੀ ਨਾਟ ਜਸਟ ਫਾਈਨੈਂਸ਼ੀਅਲ ਗਰੋਥ ਪਰ ਉਹਦੀ ਐਜ਼ ਅ ਪਰਸਨ ਜਿਹੜੀ ਗਰੋਥ ਹੈ ਨਾ ਉਹਦੇ ਵਿੱਚ ਮਾਈਂਡ ਸੈਟ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਉਹ ਸਾਡੀ ਆਲ ਰਾਊਂਡ ਡਿਵੈਲਪਮੈਂਟ ਜਿਹੜੀ ਹੈ ਨਾ ਇੱਥੇ ਕਿਤੇ ਲੈਕਿੰਗ ਹੈ। ਉਹ ਉੱਥੇ ਥੋੜ੍ਹਾ ਜਿਹਾ ਕਲਚਰ ਉਹਨਾਂ ਨੇ, ਜਾਂ ਤੁਸੀਂ ਇੱਦਾਂ ਕਹਿ ਲਓ ਕਿ ਅਮਰੀਕਾ ਇਜ਼ ਅ ਕੈਪੀਟਲਿਸਟ ਕਲਚਰ, ਉੱਥੇ ਸਾਰਾ ਕੁਝ ਐਵਰੀਥਿੰਗ ਇਜ਼ ਅਬਾਊਟ ਮਨੀ ਮਨੀ ਮਨੀ, ਅਤੇ ਮਨੀ ਕਰਕੇ ਉਹਨਾਂ ਨੇ ਲੋਕਾਂ ਨੂੰ ਇੱਦਾਂ ਗਰੂਮ ਕੀਤਾ ਹੋਇਆ ਮੈਂਟਲੀ, ਇੱਦਾਂ ਗਰੂਮ ਕਰਦੇ ਨੇ ਕਿ ਉਹ ਤੁਹਾਡੀ ਜਿਹੜੀ ਪਰਫੋਰਮੈਂਸ ਨੇ ਮਾਈਂਡ ਸੈਟ ਦੇ ਥਰੂ ਇੰਪਰੂਵ ਕਰਕੇ ਕੰਟਰੀ ਨੂੰ ਹੋਰ ਅੱਗੇ ਲੈ ਕੇ ਜਾਣ। ਸਮਝ ਰਹੇ ਹੋ ਮੈਂ ਕੀ ਕਹਿ ਰਿਹਾ ਜੀ? ਤੁਹਾਡਾ ਜਿਹੜਾ ਮਾਈਂਡ ਸੈਟ ਹੈ ਉਹ ਬੇਸਿਕਲੀ ਜੇ ਇੰਪਰੂਵ ਹੋਏਗਾ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਪਰਫੋਰਮੈਂਸ ਹੈ ਜੋਬ 'ਤੇ ਉਹ ਵੀ ਇੰਪਰੂਵ ਹੋਏਗੀ। ਅਤੇ ਉਹ ਜਿਹੜਾ ਮਾਈਂਡ ਸੈਟ ਇੱਥੇ ਮੈਨੂੰ ਲੱਗਦਾ ਹੈ ਕਿ ਥੋੜ੍ਹੀ ਜਿਹੀ ਆਪਾਂ ਆਈ ਥਿੰਕ ਕਿ ਮੈਨੂੰ ਥੋੜ੍ਹੀ ਇੰਪਰੂਵਮੈਂਟ ਦੀ ਲੋੜ ਹੈ ਕਿ ਮਾਈਂਡ ਸੈਟ ਜਿਹੜਾ ਇਨਸਾਨ ਦਾ ਹੈ ਨਾ ਉਹ ਓਵਰਆਲ ਡਿਵੈਲਪ ਨਹੀਂ ਹੋ ਪਾ ਰਿਹਾ ਇੰਨਾ ਜਿੰਨਾ ਕਿ ਬਾਹਰਲੇ ਕੰਟਰੀਆਂ ਵਿੱਚ ਮੈਂ ਦੇਖਿਆ। ਉੱਥੇ ਜਿਹੜਾ ਕਲਚਰ ਹੈ ਬੜਾ ਫਰਟਾਈਲ ਹੈ ਬੰਦੇ ਦੇ ਮਾਈਂਡ ਲਈ ਕਿ ਦੇ ਬੇਸਿਕਲੀ ਵਾਂਟ ਯੂ ਟੂ ਲਰਨ ਟੂ ਲਿਵ ਅ ਬੈਲੈਂਸਡ ਲਾਈਫ, ਕਿ ਤੁਸੀਂ ਲਾਈਫ ਨੂੰ ਬੈਲੈਂਸਡ ਤਰੀਕੇ ਨਾਲ ਕਿਵੇਂ ਰਹਿਣਾ ਹੈ, ਕਿਵੇਂ ਜੀਣਾ ਹੈ, ਉਹਦੇ ਨਾਲ ਤੁਹਾਡੀ ਜਿਹੜੀ ਹੈ ਪਰਫੋਰਮੈਂਸ ਕਿੱਦਾਂ ਵਧੇਗੀ ਉਹਦੇ 'ਤੇ ਬਹੁਤ ਫੋਕਸ ਹੈ ਉਹਨਾਂ ਦਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਮਾਈਂਡ ਸੈਟ ਦੇ ਵਿੱਚ ਦ ਵੇ ਯੂ ਲੁੱਕ, ਫਿਟਨੈਸ ਬਾਰੇ ਲੋਕ ਬਹੁਤ ਜ਼ਿਆਦਾ ਉੱਥੇ ਉਹਦੇ 'ਤੇ ਧਿਆਨ ਦਿੰਦੇ ਨੇ। ਮੈਂ ਵੀ ਪਹਿਲਾਂ ਬਹੁਤ ਘੱਟ ਫਿਟਨੈਸ 'ਤੇ ਧਿਆਨ ਦਿੰਦਾ ਸੀਗਾ ਜੀ। ਤੁਹਾਨੂੰ ਪਤਾ ਆਪਾਂ ਇੱਥੋਂ ਗਏ ਹਾਂ ਭਟੂਰੇ ਛੋਲੇ ਖਾਣ ਵਾਲੇ ਬੰਦੇ, ਇੱਥੇ ਸਾਰੇ ਅਸੀਂ ਮਿਠਾਈਆਂ ਖਾਂਦੇ ਹਾਂ, ਬੜਾ ਕੁਝ ਖਾਂਦੇ ਹਾਂ, ਉੱਥੇ ਵੀ ਖਾਂਦੇ ਹਾਂ ਅੱਜ ਕੱਲ੍ਹ। ਪਰ ਥੋੜ੍ਹਾ ਜਿਹਾ ਮਾਈਂਡਫੁਲਨੈਸ ਹੁੰਦੀ ਕਿ ਤੁਸੀਂ ਜੋ ਖਾ ਰਹੇ ਹੋ, ਜੋ ਆਪਣੇ ਅੰਦਰ ਪਾ ਰਹੇ ਹੋ, ਉਹਨੂੰ ਲੈ ਕੇ ਥੋੜ੍ਹਾ ਮਾਈਂਡਫੁਲ ਹੋ ਜਾਓ। ਮਾਈਂਡ ਸੈਟ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਸਭ ਤੋਂ ਪਹਿਲਾਂ ਆਉਂਦਾ ਕਿ ਮਾਈਂਡਫੁਲਨੈਸ ਤੁਹਾਡੀ ਕਿੱਦਾਂ ਬਣੇਗੀ। ਉਹਦੇ 'ਚ ਫਿਟਨੈਸ ਦੀ ਜੇ ਮੈਂ ਗੱਲ ਕਰਾਂ ਤਾਂ ਫਿਟਨੈਸ ਵਿੱਚ ਮਾਈਂਡਫੁਲਨੈਸ ਬਹੁਤ ਜ਼ਿਆਦਾ ਉੱਥੇ ਪ੍ਰਮੋਟ ਕੀਤੀ ਜਾਂਦੀ ਹੈ। ਇੱਥੇ ਅੱਜ ਮੈਂ ਪੜ੍ਹਦਾ ਪਿਆ ਸੀਗਾ ਸਵੇਰੇ ਅਖਬਾਰ, ਮੈਂ ਕਿਹਾ ਮੈਂ ਮਾਈਂਡਫੁਲਨੈਸ ਬਾਰੇ ਬੋਲਣਾ ਹੈ ਅਤੇ ਥੋੜ੍ਹਾ ਫਿਟਨੈਸ ਬਾਰੇ ਮੈਂ ਸ਼ੁਰੂ ਕਰਾਂਗਾ। ਅਤੇ ਮੈਂ ਪੜ੍ਹ ਰਿਹਾ ਸੀ ਅਖਬਾਰ, ਉਹਦੇ 'ਚ ਲਿਖਿਆ ਸੀਗਾ ਕਿ ਇੱਥੇ ਪੰਜਾਬ 'ਚ ਹੁਣ ਜਿਹੜੀ ਬਿਮਾਰੀਆਂ ਨੇ ਕੈਂਸਰ ਵਰਗੀਆਂ ਜਾਂ ਹੋਰ ਹੱਡੀਆਂ ਦੀਆਂ, ਉਹ ਬਹੁਤ ਜ਼ਿਆਦਾ ਵੱਧ ਗਈਆਂ ਅਤੇ ਇਹਦਾ ਜਿਹੜਾ ਲਿੰਕ ਹੈ ਸਾਡੀ ਫਿਟਨੈਸ ਨਾਲ ਬਹੁਤ ਜ਼ਿਆਦਾ ਹੈ। ਅਤੇ ਫਿਟਨੈਸ ਜਿਹੜੀ ਹੈ ਉਹ ਸ਼ੁਰੂ ਤੁਹਾਡੇ ਮਾਈਂਡ ਤੋਂ ਹੀ ਹੁੰਦੀ ਹੈ। ਜਿਹੜੀ ਗੱਲ ਹੈ ਉਹ ਤੁਹਾਡੇ ਮਾਈਂਡ 'ਚ ਹੀ ਪਹਿਲਾਂ ਆਉਣੀ ਹੈ ਕਿ ਤੁਸੀਂ ਆਪਣੇ ਅੰਦਰ ਕੀ ਪਾਉਣਾ ਹੈ, ਕਿ ਤੁਸੀਂ ਜਿਹੜੀ ਚੀਜ਼ ਆਪਣੇ ਅੰਦਰ ਪਾ ਰਹੇ ਹੋ ਉਹ ਤੁਹਾਨੂੰ ਲਾਭਦਾਇਕ ਹੈ ਕਿ ਤੁਹਾਨੂੰ ਹਾਨੀਕਾਰਕ ਹੈ। ਉਹਦੇ ਵਿੱਚ ਨਸ਼ੇ ਵੀ ਆ ਜਾਂਦੇ ਨੇ ਜੀ, ਉਹਦੇ ਵਿੱਚ ਸਾਰਾ ਕੁਛ ਆ ਜਾਂਦਾ, ਉਹਦੇ ਵਿੱਚ ਫਰਾਈਡ ਫੂਡ ਆ ਜਾਂਦਾ, ਉਹਦੇ ਵਿੱਚ ਮਿੱਠਾ ਆ ਜਾਂਦਾ, ਸਾਰਾ ਕੁਛ ਆ ਜਾਂਦਾ। ਅਤੇ ਆਪਣੀ ਮੈਂ ਗੱਲ ਕਰਾਂ, ਮੈਂ ਆਪਣਾ ਐਗਜ਼ਾਮਪਲ ਦੱਸ ਦੇ ਰਿਹਾ ਕਿ ਸ਼ਾਇਦ ਤੁਸੀਂ ਰਿਲੇਟ ਕਰ ਪਾਓ ਮੇਰੇ ਨਾਲ। ਮੈਂ ਵੀ ਪਹਿਲਾਂ ਆਈ ਥਿੰਕ ਉੱਥੇ ਪਾਉਂਡਾਂ ਦੀ ਗੱਲ ਕਰਦੇ ਨੇ, 280 ਪਾਉਂਡ ਦਾ ਸੀ ਜੀ। ਮੈਂ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਹੈ। ਬਹੁਤ ਮੈਨੂੰ ਆਪਣੇ ਦੇ ਨਾਲ ਲੱਗਦਾ ਸੀਗਾ ਕਿ ਮੈਂ ਕੁਝ ਫਿਟਨੈਸ ਲਈ ਕਰਾਂ ਜਿਹਦੇ ਨਾਲ ਮੇਰਾ ਮਾਈਂਡ ਸੈਟ ਜਿਹੜਾ ਹੈ ਫਿਟਨੈਸ ਤੋਂ ਮੇਰਾ ਮਾਈਂਡ ਸੈਟ ਵੀ ਇੰਪਰੂਵ ਹੋਣਾ ਸ਼ੁਰੂ ਹੋ ਜਾਏ। ਅਤੇ ਆਪਾਂ ਸਾਰੇ ਜਿਹੜੇ ਹੁੰਦੇ ਆ ਪੰਜਾਬੀ ਬੰਦੇ, ਤੁਹਾਨੂੰ ਪਤਾ ਜੀ, ਆਪਾਂ ਹੌਲੀ ਹੌਲੀ ਵਾਕਿੰਗ ਤੋਂ ਸ਼ੁਰੂ ਕਰਦੇ ਹਾਂ। ਵਾਕਿੰਗ ਕਰ ਲਿਆ, ਥੋੜ੍ਹਾ ਜਿਹਾ ਜਿੰਮ ਕਰ ਲਿਆ ਹੈ ਨਾ, ਥੋੜ੍ਹਾ ਜਿਹਾ ਮਸਲ ਜਿਹੇ ਬਣਾ ਲਏ, ਅਤੇ ਕਰਦੇ ਕਰਾਉਂਦੇ ਜਿਹੜੀ ਕੰਸਿਸਟੈਂਸੀ ਸੀ ਨਾ, ਦੈਟ ਇਜ਼ ਦ ਕੀ। ਆਪਾਂ ਕਹਿੰਦੇ ਆਪਾਂ ਇੱਕੋ ਦਿਨ 'ਚ ਪਤਲੇ ਹੋ ਜਾਣਾ, ਆਪਾਂ ਇੱਕੋ ਦਿਨ 'ਚ ਸਾਰਾ ਕੁਝ ਖਾਣਾ ਪੀਣਾ ਛੱਡ ਦੇਣਾ, ਇੱਦਾਂ ਹੁੰਦਾ ਨਹੀਂ। ਆਪਾਂ ਹੌਲੀ ਐਵਰੀ ਡੇ 5 ਮਿੰਟਸ 10 ਮਿੰਟਸ ਆਪਣੇ ਉੱਤੇ ਲਾਣੇ ਸ਼ੁਰੂ ਕਰੀਏ ਜਸਟ ਹੈਲਥ ਨੂੰ ਲੈ ਕੇ। ਫੋਰਗੈਟ ਅਬਾਊਟ ਮਾਈਂਡ ਸੈਟ ਫॉर ਨਾਓ, ਜਸਟ ਥਿੰਕ ਅਬਾਊਟ ਹੈਲਥ, ਕਿ ਤੁਹਾਡੀ ਜੇ ਹੈਲਥ ਹੈ ਤੁਹਾਡੇ ਨਾਲ ਸਾਰਾ ਕੁਛ ਹੈ। ਮੈਂ ਇੱਥੇ ਖੜ੍ਹ ਕੇ ਬੋਲ ਰਿਹਾ, ਮੈਂ ਵਧੀਆ ਫੀਲ ਕਰ ਰਿਹਾ ਆਪਣੇ ਬਾਰੇ, ਜਾਂ ਮੇਰੀ ਹੈਲਥ ਜੇ ਮੇਰੇ ਨਾਲ ਹੈ ਤਾਂ ਮੈਂ ਤੁਹਾਨੂੰ ਕੋਈ 4 ਗੱਲਾਂ ਦੱਸਾਂਗਾ ਵੀ। ਅਤੇ ਜੇ ਮੇਰੀ ਹੈਲਥ ਮੇਰੇ ਨਾਲ ਨਹੀਂ ਹੈ ਤਾਂ ਫਿਰ ਉਹ ਗੱਲ ਬਣਦੀ ਨਹੀਂ। ਉਹ ਪਹਿਲਾਂ ਜੇ ਤੁਸੀਂ ਕਹਿੰਦੇ ਨਾ ਜਿਵੇਂ ਇਫ ਯੂ ਵਾਂਟ ਐਨੀ ਟੇਕ ਅਵੇ ਫਰੋਮ ਮੀ ਰਾਈਟ ਨਾਓ,
ਜੇ ਤੁਸੀਂ ਕੋਈ ਪੁਆਇੰਟ ਨੋਟ ਕਰਨਾ ਤਾਂ ਇਹ ਹੈ ਕਿ ਮਾਈਂਡਸੈਟ ਨੂੰ ਡਿਵੈਲਪ ਕਰਨ ਲਈ, ਹੈਬਿਟ ਫਾਰਮ ਕਰਨੀ, ਆਪਣੇ ਹੈਲਥ ਨੂੰ ਇੰਪਰੂਵ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਵੈਨ ਆਈ ਸੇ ਹੈਬਿਟ ਇਜ਼ ਐਵਰੀ ਡੇ। ਹੈਬਿਟ ਇਹ ਨਹੀਂ ਹੈ ਕਿ ਤੁਸੀਂ ਅੱਜ ਕਰ ਲਿਆ ਤੇ ਪਰਸੋਂ ਫਿਰ ਕਰ ਲਿਆ, ਉਸ ਤੋਂ ਬਾਅਦ ਅਗਲੇ ਹਫਤੇ ਕਰ ਲਿਆ, ਫਿਰ ਛੱਡਤਾ, ਫਿਰ ਕਰ ਲਿਆ। ਮੈਂ ਅਕਸਰ ਉੱਥੇ ਫਸਦਾ ਹੁੰਦਾ ਆਪਣੀ ਵਾਈਫ ਨਾਲ ਕਿ ਮੈਂ ਐਵਰੀ ਡੇ ਜੀ ਮੈਨੂੰ ਕੋਈ ਵੀ ਪ੍ਰੋਬਲਮ ਹੋਏ, ਕੋਈ ਵੀ ਘਰ ਦੀ ਹੋਏ, ਕੋਈ ਜੌਬ ਦੀ ਹੋਏ, ਮੈਂ ਸ਼ੂਜ਼ ਪਾ ਕੇ 15-20 ਮਿੰਟ ਬਾਹਰ ਨਿਕਲ ਜਾਣਾ। ਤੇ ਉਹ ਕਰਨ ਦੇ ਵਿੱਚ ਕੀ ਹੋਇਆ ਕਿ ਹੈਬਿਟ ਫਾਰਮ ਹੋ ਗਈ। ਹੈਬਿਟ ਇਜ਼ ਵੈਰੀ ਡਿਫਿਕਲਟ ਟੂ ਬ੍ਰੇਕ। ਜਦ ਤੁਸੀਂ ਉਸ ਚੀਜ਼ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿਓ ਨਾ ਆਪਣੇ ਮਨ ਦੇ ਵਿੱਚ, ਉਹ ਜਿਹੜੀ ਹੈਬਿਟ ਆ ਉਹ ਤੁਹਾਨੂੰ ਕੋਈ ਵੀ ਬੰਦਾ ਤੁਹਾਡੀ ਤੋੜ ਨਹੀਂ ਸਕਦਾ, ਭਾਵੇਂ ਉਹ ਤੁਹਾਡਾ ਘਰ ਦਾ ਬੰਦਾ ਹੋਏ, ਭਾਵੇਂ ਤੁਹਾਡੇ ਬਾਹਰਲੇ ਰੁਝੇਵੇਂ ਹੋਣ, ਭਾਵੇਂ ਤੁਹਾਨੂੰ ਕਾਲ ਆ ਰਹੀ ਹੋਏ, ਭਾਵੇਂ ਤੁਹਾਨੂੰ ਬਿਜ਼ਨਸ ਤੋਂ ਕਾਲ ਆ ਰਹੀ ਹੋਏ, ਭਾਵੇਂ ਤੁਹਾਨੂੰ ਜਿੱਥੋਂ ਮਰਜ਼ੀ ਆ ਰਹੀ ਹੋਏ, ਤੁਸੀਂ ਉਹ ਕੰਸਿਸਟੈਂਸੀ ਮੇਨਟੇਨ ਰੱਖਣੀ ਹੈ। ਉਹ ਮੇਰਾ ਪਹਿਲਾ ਪੁਆਇੰਟ ਹੈ ਜੀ ਅੱਜ ਦਾ, ਕਿ ਜਿਹੜੇ ਵੀ ਆਪਣੇ ਪੰਜਾਬੀ ਕਲਚਰ ਵਿੱਚ ਤਾਂ ਸ਼ਾਇਦ ਘੱਟ ਇਸ ਚੀਜ਼ 'ਤੇ ਅਸੀਂ ਫੋਕਸ ਕਰਦੇ ਹਾਂ। ਮਾਈਂਡਫੁਲਨੈਸ ਬਿਗਿਨਸ ਵਿਦ ਦ ਹੈਲਥ। ਮਾਈਂਡਸੈਟ ਦੀ ਆਪਾਂ ਗੱਲ ਕਰ ਰਹੇ ਹਾਂ ਨਾ। ਮਾਈਂਡਫੁਲਨੈਸ ਬਿਗਿਨਸ ਵਿਦ ਟੇਕਿੰਗ ਕੇਅਰ ਆਫ ਯੋਰ ਬੋਡੀ ਐਂਡ ਮਾਈਂਡ। ਅਤੇ ਇਹਦੇ ਵਿੱਚ ਜੀ ਤੁਹਾਨੂੰ ਲੱਗੇ ਕੋਈ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਮੇਰੇ ਨਾਲ, ਕੋਈ ਇਟਸ ਇੰਟਰੈਕਟਿਵ ਸੈਸ਼ਨ ਹੈ ਨਾ। ਮੈਂ ਵੀ ਤੁਹਾਡੇ ਵੱਲ ਇੱਦਾਂ ਦੇਖ ਰਿਹਾ ਅਤੇ ਮੈਨੂੰ ਬੜਾ ਔਡ ਲੱਗ ਰਿਹਾ। ਜੇ ਤੁਹਾਨੂੰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਤੁਸੀਂ ਪਲੀਜ਼ ਉੱਠ ਕੇ ਮੈਨੂੰ ਸਵਾਲ ਕਰ ਸਕਦੇ ਹੋ। ਇੱਥੇ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਸਵੇਰੇ ਭੱਜਦੇ ਨੇ ਜੀ ਗਰਾਊਂਡ 'ਚ ਜਾ ਕੇ? ਕੋਈ ਹੈ ਇੱਥੇ ਜਿਹੜਾ ਬੰਦਾ ਸਵੇਰੇ 5-10 ਮਿੰਟ 15 ਮਿੰਟ ਆਪਣੇ ਉੱਤੇ ਲਾ ਰਿਹਾ? ਸ਼ਾਮ ਨੂੰ ਲਾਓ, ਸਵੇਰੇ ਲਾਓ, ਪਰ ਕੰਸਿਸਟੈਂਸੀ ਜਿਵੇਂ ਹੈਬਿਟ ਹੋਣੀ ਚਾਹੀਦੀ ਬੰਦੇ ਦੀ, ਉਹੀ ਟਾਈਮ 'ਤੇ ਬੰਦਾ ਜਾ ਰਿਹਾ। 7 days a week, no one recommends you to do fitness 7 days a week। ਆਪਣੇ ਆਪ ਨੂੰ ਤੁਸੀਂ 2 ਦਿਨ ਤੁਸੀਂ ਜਿਵੇਂ ਚੀਟ ਡੇ ਕਹਿੰਦੇ ਨੇ, ਤੁਸੀਂ ਚੀਟ ਡੇ ਵੀ ਕਰਨਾ ਹੈ ਕਿ ਤੁਸੀਂ ਸੈਟਰਡੇ ਸੰਡੇ ਕੁਝ ਵੀ ਖਾ ਸਕੋ, ਆਪਣੇ ਆਪ ਨੂੰ ਤੁਸੀਂ ਟਰੀਟ ਕਰਨਾ ਹੈ। ਪਰ ਜਿਹੜੇ 5 days ਨੇ ਤੁਸੀਂ ਉਹਨੂੰ ਬ੍ਰੇਕ ਨਹੀਂ ਕਰਨ ਦੇਣਾ, ਉਹ ਚੇਨ ਨੂੰ ਬ੍ਰੇਕ ਨਹੀਂ ਹੋਣ ਦੇਣਾ, ਭਾਵੇਂ ਜੋ ਮਰਜ਼ੀ ਹੋ ਜੇ। ਵੈਨ ਆਈ ਸੇ ਜੋ ਮਰਜ਼ੀ, ਇਟ ਮੀਨਸ ਜੋ ਮਰਜ਼ੀ ਹੋ ਜੇ, ਕਿਉਂਕਿ ਇੱਦਾਂ ਜੇ ਨਹੀਂ ਕਰਾਂਗੇ ਤਾਂ ਫਿਰ ਇੱਦਾਂ ਹੁੰਦਾ ਸਾਡਾ ਮਾਈਂਡ ਜਿਹੜਾ ਹੈ ਨਾ ਜੀ, ਉਹ ਇੱਦਾਂ ਬਣਾਇਆ ਗਿਆ ਕਿ ਸਾਡਾ ਮਾਈਂਡ ਜਿਹੜਾ ਹੈਗਾ ਇਟਸ ਮੇਡ ਫॉर ਬਿਕਮਿੰਗ ਲੇਜ਼ੀ ਐਂਡ ਇਟ ਫਾਈਂਡਸ ਰੀਜ਼ਨਸ ਨੋਟ ਟੂ ਡੂ ਇਟ। ਤੁਸੀਂ ਕਹੋਗੇ ਯਾਰ ਅੱਜ ਮੈਂ ਇਸ ਕਰਕੇ ਨਹੀਂ ਜਾ ਪਾਇਆ ਕਿ ਮੈਨੂੰ ਫਲਾਣੀ ਚੀਜ਼ ਕਰਨੀ ਪੈ ਗਈ, ਅੱਜ ਮੈਂ ਇਸ ਕਰਕੇ ਨਹੀਂ ਜਾ ਪਾਇਆ ਕਿ ਮੈਨੂੰ ਫਲਾਣੀ ਕਾਲ ਆ ਗਈ। ਤੁਸੀਂ ਮੇਕ ਸ਼ੋਰ ਕਰਨਾ ਕਿ ਜਦ ਤੁਹਾਨੂੰ ਉੱਦਾਂ ਦੀਆਂ ਚੀਜ਼ਾਂ ਤੁਹਾਡੇ ਲਾਈਫ 'ਚ ਆਉਣਗੀਆਂ ਨਾ, ਦੈਟਸ ਵੈਨ ਯੂ ਨੀਡ ਟੂ ਗੋ ਫॉर ਸ਼ੋਰ। ਜੇ ਤੁਸੀਂ ਉਸ ਚੀਜ਼ ਨੂੰ ਓਵਰਕਮ ਕਰ ਲੋਗੇ ਤਾਂ ਤੁਹਾਡੀ ਹੈਬਿਟ ਬਣ ਜਾਏਗੀ। ਤੇ ਜੇ ਤੁਸੀਂ ਸ਼ਾਮ ਨੂੰ ਜਾਂਦੇ ਹੋ, ਸਵੇਰੇ ਜਾਂਦੇ ਹੋ, ਇਹ ਤੁਹਾਡੇ ਆਪਣੇ ਰੂਟੀਨ ਦੇ ਉੱਤੇ ਹੈ। ਤੇ ਪਰ ਇਹ ਜ਼ਰੂਰ ਕਰੋ ਜੀ। ਮਾਈਂਡਸੈਟ ਬਿਗਿਨਸ ਵਿਦ ਟੇਕਿੰਗ ਕੇਅਰ ਆਫ ਯੋਰ ਮਾਈਂਡ ਫਰਸਟ, ਐਂਡ ਵੈਨ ਯੂ ਟੇਕ ਕੇਅਰ ਆਫ ਯੋਰ ਹੈਲਥ, ਮਾਈਂਡ ਜਿਹੜਾ ਹੈ ਉਹ ਫੋਲੋ ਕਰੇਗਾ ਤੁਹਾਡੀ ਹੈਲਥ ਨੂੰ। ਮਾਈਂਡਸੈਟ ਬਾਰੇ ਮੈਂ ਹੋਰ, ਤੁਸੀਂ ਕਦੇ ਇੱਦਾਂ ਦੇਖਿਆ ਕਿ ਕੋਈ ਬੰਦਾ ਹੋਏ ਜਿਹੜਾ ਬੜਾ ਸਕਿੱਲਫੁਲ ਹੈਗਾ, ਹੀ ਇਜ਼ ਵੈਰੀ ਸਕਿੱਲਫੁਲ, ਹੀ ਨੋਜ਼ ਐਵਰੀਥਿੰਗ, ਬਟ ਹੀ ਇਜ਼ ਸਟਿਲ ਸਟਰਗਲਿੰਗ ਇਨ ਲਾਈਫ? ਇੱਦਾਂ ਦੇ ਕੋਈ ਐਗਜ਼ਾਮਪਲ ਤੁਹਾਡੇ ਕੋਲ ਹੈਗੇ ਨੇ ਜੀ? ਕੋਈ ਬੰਦਾ ਜਿਹੜਾ ਹੈ ਵੈਸੇ ਬਹੁਤ ਕਾਮਯਾਬ, ਦਿਖਣ ਨੂੰ ਬੜਾ ਕਾਮਯਾਬ ਹੈ, ਉਹਦੇ ਕੋਲ ਪੈਸਾ ਵੀ ਹੈ, ਉਹਦੇ ਕੋਲ ਇੱਕ ਰੈਪੂਟੇਸ਼ਨ ਵੀ ਹੈ, ਸੁਸਾਇਟੀ ਵਿੱਚ ਉਹਦੀ ਰਿਸਪੈਕਟ ਵੀ ਹੈ, ਪਰ ਫਿਰ ਵੀ ਉਹ ਸਟਰਗਲ ਕਰ ਰਿਹਾ ਲਾਈਫ ਦੇ ਵਿੱਚ। ਇਹ ਇਸ ਕਰਕੇ ਹੈ ਕਿ ਜਿਹੜਾ ਅਸੀਂ ਜਿਹੜੇ ਹੈਗੇ ਨਾ, ਸਾਡਾ ਸਾਰਾ ਫੋਕਸ ਸਾਰਾ ਦਿਨ ਆਪਣੀ ਸਕਿੱਲਸ ਡਿਵੈਲਪ ਕਰਨ 'ਤੇ ਹੈ। ਅਸੀਂ ਕਿੰਨੇ ਘੰਟੇ ਕਲਾਸਾਂ 'ਚ ਲਗਾਉਂਦੇ ਹਾਂ, ਕਿੰਨੇ ਘੰਟੇ ਅਸੀਂ ਅਸੀਂ ਕਹਿੰਦੇ ਹਾਂ ਅਸੀਂ ਬਾਹਰ ਜਾਈਏ, ਪੜ੍ਹਾਈ ਕਰੀਏ, ਜੌਬ 'ਤੇ ਲਾਈਏ, ਪਰ ਅਸੀਂ ਕਿੰਨਾ ਟਾਈਮ ਆਪਣੇ ਉੱਤੇ ਲਾ ਰਹੇ ਹਾਂ। ਅਸੀਂ ਮਾਈਂਡਸੈਟ ਡਿਵੈਲਪ ਕਰਨ ਲਈ, ਜੇ ਅਸੀਂ ਸਕਿੱਲ ਸੈਟ ਡਿਵੈਲਪ ਕਰਨ ਲਈ GNE ਦੇ ਵਿੱਚ ਆ ਕੇ ਕਲਾਸਾਂ ਲਗਾ ਰਹੇ ਹਾਂ, 4 ਸਾਲ ਅਸੀਂ ਲਗਾਉਂਦੇ ਹਾਂ, ਅਸੀਂ ਆਪਣੇ ਮਾਈਂਡਸੈਟ ਨੂੰ ਡਿਵੈਲਪ ਕਰਨ ਲਈ ਕਿੰਨੇ ਕੁ ਮਿੰਟ ਕੱਢਦੇ ਹਾਂ ਰੋਜ਼ ਦੇ? ਮੈਂ ਇੱਥੇ ਲਾਸਟ ਟਾਈਮ ਜਦੋਂ ਆਇਆ ਸੀਗਾ ਜੀ, ਮੈਂ ਇਸੇ ਕਲਾਸ 'ਚ ਲੈਕਚਰ ਦੇ ਕੇ ਗਿਆ ਸੀ ਕਿ ਸਾਰੇ ਜਿਹੜੇ ਹੈ ਨਾ, ਇੱਕ ਆਪਣੀ ਕਾਪੀ ਲਾਉਣੀ ਸ਼ੁਰੂ ਕਰੋ ਕਿ ਮੈਂ ਲਾਈਫ ਵਿੱਚ ਕਰਨਾ ਕੀ ਚਾਹੁੰਦਾ, ਮੇਰੇ ਗੋਲਸ ਕੀ ਨੇ, ਮੇਰੇ ਲਾਈਫ ਵਿੱਚ ਕੀ ਪ੍ਰੋਬਲਮਸ ਹੈਗੀਆਂ ਜਿਹਨੂੰ ਮੈਂ ਓਵਰਕਮ ਕਰਨਾ। ਮੈਨੂੰ ਨਹੀਂ ਪਤਾ ਇਸ ਕਲਾਸ 'ਚ ਕੋਈ ਹੈ ਜਿਹਨੇ ਲਾਸਟ ਟਾਈਮ ਮੈਨੂੰ ਸੁਣਿਆ ਸੀ, ਸ਼ਾਇਦ ਡਿਫਰੈਂਟ ਕਲਾਸ ਹੈ। ਅਤੇ ਉਹ ਜਿਹੜਾ ਉੱਥੇ ਕਹਿੰਦੇ ਨੇ ਜਰਨਲ, ਯੂ ਹੈਵ ਟੂ ਕੀਪ ਅ ਜਰਨਲ ਵਿਦ ਯੂ ਆਲ ਦ ਟਾਈਮ। ਤੁਸੀਂ ਇੱਕ ਕਾਪੀ ਆਪਣੇ ਨਾਲ ਲਾਣੀ ਹੈ, ਉਹਦੇ ਵਿੱਚ ਤੁਸੀਂ ਆਪਣੇ ਪਰਸਨਲ ਗੋਲਸ ਲਿਖਣੇ ਨੇ। ਪਰਸਨਲ ਗੋਲਸ ਕੈਨ ਬੀ ਐਨੀਥਿੰਗ ਟੂ ਡੂ ਵਿਦ ਯੋਰ ਹੈਲਥ, ਟੂ ਡੂ ਐਨੀਥਿੰਗ ਵਿਦ ਯੋਰ ਫੈਮਿਲੀ, ਫਿਰ ਤੁਸੀਂ ਆਪਣੇ ਪ੍ਰੋਫੈਸ਼ਨਲ ਗੋਲਸ, ਕਿ ਤੁਸੀਂ ਫਾਈਨੈਂਸ਼ੀਅਲੀ ਕਿੱਥੇ ਪਹੁੰਚਣਾ ਚਾਹੁੰਦੇ ਹੋ। ਫਿਰ ਸਪਿਰਿਚੁਅਲ ਗੋਲਸ ਹੁੰਦੇ ਨੇ ਹਰ ਬੰਦੇ ਦੇ। ਮੈਂ ਬਹੁਤ ਸਟਰੋਂਗ ਬਿਲੀਵਰ ਹਾਂ ਗੋਡ ਦੇ ਵਿੱਚ, ਆਪਾਂ ਸਾਰੇ ਹੀ ਹਾਂ ਸ਼ਾਇਦ। ਇਸ ਪੰਜਾਬ ਦੀ ਧਰਤੀ ਤੋਂ ਜਿਹੜਾ ਵੀ ਬੰਦਾ ਜਨਮ ਲੈਂਦਾ ਹੈ, ਉਹ ਪ੍ਰਮਾਤਮਾ, ਉਹ ਗੁਰੂ 'ਤੇ ਬਹੁਤ ਯਕੀਨ ਰੱਖਦਾ। ਸਾਡੇ ਕੋਲ ਸਪਿਰਿਚੁਅਲ ਗੋਲਸ ਵੀ ਹੈਗੇ ਨੇ। ਉਹ ਸਪਿਰਿਚੁਅਲ ਗੋਲ ਅਸੀਂ ਕੀ ਲਿਖਦੇ ਹਾਂ ਕਾਪੀ ਦੇ ਉੱਤੇ ਸਵੇਰੇ ਉੱਠ ਕੇ, ਕਿ ਮੈਂ ਜੇ ਕਿਸੇ ਨੂੰ ਅੱਜ ਗੁੱਸੇ ਨਾਲ ਬੋਲਿਆ, ਜਾਂ ਮੈਨੂੰ ਇੱਕ ਹਿਊਮਨ ਟਰੇਟ ਆ ਬੜਾ ਸਾਡੇ ਵਿੱਚ ਆਮ ਕਰਕੇ ਹੈ, ਜੈਲਸੀ ਦਾ ਟਰੇਟ।
ਕੀ ਮੈਂ ਜੈਲਸੀ ਕਰਕੇ ਆਪਣੇ ਜਿਹੜੇ ਸਪਿਰਿਚੁਅਲੀ ਜਿਹੜੀ ਮੇਰੀ ਇੱਕ ਜਿਹੜੀ ਗਰੋਥ ਹੋਣੀ ਹੈ ਕਿਤੇ ਉਹਨੂੰ ਮੈਂ ਘਟਾ ਤਾਂ ਨਹੀਂ ਰਿਹਾ, ਕਿਤੇ ਮੈਂ ਕੰਪੈਰੀਜ਼ਨ ਦੇ ਵਿੱਚ ਜਿਹੜਾ ਮੈਨੂੰ ਰੱਬ ਨੇ ਟੈਲੈਂਟ ਦਿੱਤਾ ਉਹਨੂੰ ਕਿਤੇ ਲੂਜ਼ ਤਾਂ ਨਹੀਂ ਕਰ ਰਿਹਾ। ਤੁਸੀਂ ਮੰਨਦੇ ਹੋ ਜੀ ਆਪਾਂ ਸਾਰੇ ਹਿਊਮਨ ਆ, ਆਪਾਂ ਇੱਕ ਦੂਜੇ ਵੱਲ ਦੇਖ ਕੇ ਕੰਪੀਟੀਸ਼ਨ 'ਚ ਆ ਜਾਂਦੇ ਆ ਨਾ ਜੀ। ਕੰਪੀਟੀਸ਼ਨ 'ਚ ਆ ਕੇ ਸਾਡੇ ਅੰਦਰ ਇੱਕ ਬ੍ਰੇਨ ਟਵੈਨ ਕਰਕੇ ਹੋਇਆ ਜੀ, ਕੋਗਨੀਟਿਵ ਸਾਈਕੋਲੋਜਿਸਟ, ਉਹਨੇ ਕਿਹਾ ਕਿ ਸਭ ਤੋਂ ਵੱਡਾ ਜਿਹੜਾ ਹਿਊਮਨ ਕੌਨਸ਼ੀਅਸਨੈਸ ਦਾ ਇੱਕ ਬਿਹੇਵੀਅਰ ਹੈ ਉਹ ਹੈ ਕੰਪੈਰੀਜ਼ਨ ਤੇ ਜੈਲਸੀ ਕਰਨ ਦਾ। ਐਂਡ ਨੋ ਡਾਊਟ ਅਸੀਂ ਕੋਈ ਵੀ ਇਨਸਾਨ ਉਹਦੇ ਤੋਂ ਇਸ ਵੇਲੇ ਫਰੀ ਨਹੀਂ ਹੈਗਾ। ਜੇ ਮੈਂ ਇੱਥੇ ਖੜ੍ਹ ਕੇ ਕਹਿ ਰਿਹਾ, ਸ਼ਾਇਦ ਮੈਂ ਕਹਿ ਰਿਹਾ, ਸ਼ਾਇਦ ਅੰਦਰੋਂ ਮੈਨੂੰ ਵੀ ਕਿਤੇ ਸਟਲ ਵੇ ਦੇ ਨਾਲ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਜ਼ਰੂਰ ਹੈ। ਤੇ ਉਹ ਜਦੋਂ ਗੱਲ ਕਰਦੇ ਆਪਾਂ ਮਾਈਂਡਸੈਟ ਡਿਵੈਲਪਮੈਂਟ ਦੀ ਗੱਲ ਕੀਤੀ, ਫਿਟਨੈਸ ਦੀ, ਅਗਲੀ ਗੱਲ ਜਿਹੜੀ ਮੈਂ ਕਰ ਰਿਹਾ ਸਵੇਰੇ ਜਰਨਲ ਦੇ ਵਿੱਚ ਜੇ ਆਪਾਂ ਲਿਖ ਰਹੇ ਹਾਂ ਕਿ ਸਾਡੇ ਮਾਈਂਡ ਵਿੱਚ ਚੱਲ ਕੀ ਰਿਹਾ। ਅਸੀਂ ਅੱਜ ਕੱਲ੍ਹ ਸਾਰਿਆਂ ਨਾਲ ਗੱਲਬਾਤ ਕਰ ਰਹੇ ਹਾਂ, ਯਾਰ ਤੇਰਾ ਕੀ ਹਾਲ ਹੈ, ਤੇਰਾ ਕੀ ਹਾਲ ਹੈ। ਕਦੇ ਅਸੀਂ ਆਪਣੇ ਆਪ ਨੂੰ ਇਹ ਪੁੱਛਦੇ ਹਾਂ ਕਿ ਮੇਰਾ ਕੀ ਹਾਲ ਹੈ ਅੰਦਰੋਂ, ਕਿ ਕੀ ਮੈਂ ਇਮੋਸ਼ਨਲੀ ਸੈੱਟ ਹਾਂ, ਕੀ ਮੈਂ ਫਾਈਨੈਂਸ਼ੀਅਲੀ ਸੈੱਟ ਹਾਂ, ਕੀ ਮੇਰੀ ਸਪਿਰਿਚੁਅਲ ਗਰੋਥ ਹੋ ਰਹੀ ਹੈ, ਕਿ ਮੈਂ ਜਦੋਂ ਸਵੇਰੇ ਉੱਠ ਕੇ ਜੇ ਮੈਂ ਗੁਟਕਾ ਲੈ ਕੇ ਪਾਠ ਕਰਦਾ ਮੈਂ ਉਹਦੇ ਉੱਤੇ ਅਮਲ ਕਰ ਰਿਹਾ। ਮੇਰੇ ਅੰਦਰ ਕਿਹੜੀਆਂ ਖਾਮੀਆਂ ਨੇ, ਕਿਉਂਕਿ ਮੈਂ ਜਦੋਂ ਉਹਦੇ ਉੱਤੇ ਲਿਖਣਾ ਸ਼ੁਰੂ ਕੀਤਾ ਤੇ ਮੈਂ ਉਹ ਕਹਿੰਦੇ ਨਾ ਜੀ ਪੋਜ਼ੀਟਿਵ ਲਿਖੋ, ਪੋਜ਼ੀਟਿਵ ਬੋਲੋ, ਮੈਂ ਪਹਿਲਾਂ ਨੈਗੇਟਿਵ ਲਿਖਿਆ ਕਿ ਮੇਰੇ ਅੰਦਰ ਨੈਗੇਟਿਵ ਕੀ ਨੇ ਜਿਹੜੀ ਮੇਰੀ ਗਰੋਥ ਨੂੰ ਰੋਕ ਰਹੇ ਨੇ। ਉਹਦੇ ਵਿੱਚ ਬਹੁਤ ਚੀਜ਼ਾਂ ਆ ਗਈਆਂ ਕਿ ਮੈਂ ਆਪਣੀ ਫੈਮਿਲੀ ਵੱਲ ਟਾਈਮ ਨਹੀਂ ਦੇ ਰਿਹਾ, ਮੈਂ ਆਪਣੀ ਫਿਟਨੈਸ ਵੱਲ ਧਿਆਨ ਨਹੀਂ ਦੇ ਰਿਹਾ, ਮੈਂ ਆਪਣੇ ਫਾਈਨੈਂਸਿਸ ਵੱਲ ਧਿਆਨ ਨਹੀਂ ਦੇ ਰਿਹਾ, ਮੈਂ ਇੱਦਾਂ ਹੀ ਜਾ ਕੇ ਸ਼ਾਪਿੰਗ ਕਰਕੇ ਆ ਜਾਂਦਾ। ਉਹ ਸਾਰੀਆਂ ਚੀਜ਼ਾਂ ਜਿਹੜਾ ਹੈ ਨਾ ਜੀ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜਿਹੜੀ ਲਾਈਨ ਹੈ ਆਪਾਂ ਇਸੇ ਲਾਈਨ 'ਤੇ ਜੇ ਆਪਣੀ ਜ਼ਿੰਦਗੀ ਨੂੰ ਆਧਾਰ ਬਣਾ ਲਈਏ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਜਿਹੜਾ ਖੋਜਣ ਦਾ ਸਮਾਂ ਉਹ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਨਾਲ ਬਹਿ ਕੇ ਆਨੰਦ ਵਿੱਚ ਹੈ, ਉਹਨੂੰ ਕਿਸੇ ਦੀ ਲੋੜ ਨਹੀਂ ਹੈ, ਸਮਝੋ ਉਹ ਬੰਦਾ ਜ਼ਿੰਦਗੀ ਵਿੱਚ ਕਾਮਯਾਬ ਹੋ ਰਿਹਾ। ਸਾਨੂੰ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਦੀ ਜਾਂ ਕਿਸੇ ਨਾ ਕਿਸੇ ਇਨਸਾਨ ਦੀ ਲੋੜ ਪੈਂਦੀ ਰਹਿੰਦੀ ਹੈ ਕਿ ਮੈਂ ਸਾਂਝਾ ਕਰਾਂ, ਮੈਂ ਇਹਦੇ ਨਾਲ ਗੱਲ ਕਰਾਂ, ਉਹਦੇ ਨਾਲ ਗੱਲ ਕਰਾਂ, ਮੈਂ ਆਹ ਚੀਜ਼ ਖਰੀਦ ਲਾਂ। ਜਦੋਂ ਤੁਸੀਂ ਆਪਣੇ ਆਪ ਨਾਲ ਟਾਈਮ ਸਪੈਂਡ ਕਰਨਾ ਸ਼ੁਰੂ ਕਰੋਗੇ, ਐਵਰੀ ਡੇ 5-10 ਮਿੰਟ ਤੁਸੀਂ ਰੂਮ ਦੇ ਵਿੱਚ ਬਹਿਣਾ, ਤੁਸੀਂ ਆਪਣਾ ਸਿਮਰਨ ਕਰਨਾ ਹੈ, ਤੁਸੀਂ ਉਸ ਤੋਂ ਬਾਅਦ ਇੱਕ ਕਾਪੀ ਲੈ ਕੇ ਆਪਣੇ ਥਾਟਸ ਨੂੰ ਲਿਖਣਾ ਹੈ, ਆਪਣੇ ਗੋਲਸ ਨੂੰ ਲਿਖਣਾ। ਅੱਜ ਕੱਲ੍ਹ ਜਿਹੜੀ ਮੈਂ ਦੇਖ ਰਿਹਾ ਪ੍ਰੋਬਲਮ ਇਹ ਨਹੀਂ ਹੈ ਕਿ ਇਨਸਾਨ ਕਾਮਯਾਬ ਕਿੰਨਾ ਹੈ। ਆਪਾਂ ਸਾਰੇ ਐਗਜ਼ਾਮਪਲ ਦੇਖਦੇ ਹਾਂ ਜੀ, ਸਿੱਧੂ ਮੂਸੇਵਾਲਾ ਹੋ ਗਿਆ, ਫਲਾਣਾ ਹੋ ਗਿਆ, ਹੈ ਨਾ। ਕਿੰਨੇ ਹੀ ਲੋਕ, ਹੁਣ ਜਿਹੜਾ ਸੁਸਾਈਡ ਰੇਟ ਹੈ ਬਹੁਤ ਜ਼ਿਆਦਾ ਵੱਧ ਗਿਆ ਪੰਜਾਬ ਦੇ ਵਿੱਚ, US ਦੇ ਵਿੱਚ, ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਆਪਾਂ ਕਦੇ ਇਹ ਸੋਚਿਆ ਕਿ ਅਸੀਂ ਆਪਣੇ ਆਪ ਨਾਲ ਟਾਈਮ ਕਿੰਨਾ ਗੁਜ਼ਾਰ ਰਹੇ ਹਾਂ। ਤੇ ਜਿਹੜਾ ਇੱਕ ਸਿਮਰਨ ਦਾ ਜਿਹੜਾ ਇੱਕ ਸਾਨੂੰ ਦੇਣ ਮਿਲੀ ਹੈ ਗੁਰੂ ਸਾਹਿਬ ਤੋਂ, ਉਹ ਸਿਮਰਨ ਇਹ ਸੀ ਕਿ ਤੁਸੀਂ ਜਦੋਂ ਉਸ ਪਰਮਾਤਮਾ ਨੂੰ ਸਿਮਰਦੇ ਹੋ, ਤੁਸੀਂ ਆਪਣੇ ਅੰਦਰ ਖੋਜ ਵੀ ਕਰੋ। ਜਦ ਤੁਸੀਂ ਆਪਣੇ ਅੰਦਰ ਖੋਜ ਕਰਨੀ ਸ਼ੁਰੂ ਕਰਦੇ ਹੋ ਤਾਂ ਫਿਰ ਜਿਹੜੇ ਨੇ ਤੁਹਾਡੇ ਅੰਦਰ ਹੀ ਜਿਹੜੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਨੇ ਉਹ ਨਿਕਲ ਕੇ ਬਾਹਰ ਆਉਣੀ ਸ਼ੁਰੂ ਹੋ ਜਾਣਗੀਆਂ। ਤਾਂ ਮੇਰਾ ਸੈਕੰਡ ਪੁਆਇੰਟ ਇਹ ਹੈ ਜੀ, ਪਹਿਲਾਂ ਫਿਟਨੈਸ ਦਾ ਸੀਗਾ, ਸੈਕੰਡ ਇਹ ਹੈ ਕਿ ਹਰੇਕ ਬੰਦਾ, ਹਰੇਕ ਇਨਸਾਨ, ਮੈਂ ਵੀ ਤੁਹਾਨੂੰ ਕਹਿ ਰਿਹਾ 90% ਆਫ ਦਾ ਟਾਈਮ I try to follow, 10% of the time still I lack, ਮੈਨੂੰ ਕੋਈ ਕੰਮ ਪੈ ਗਿਆ ਜਾਂ ਕੋਈ ਹੋਰ ਪੈ ਗਿਆ, ਪਰ 90% of the time I try to follow this। ਦੋ ਤਰ੍ਹਾਂ ਦੇ ਮਾਈਂਡਸੈਟ ਹੁੰਦੇ ਨੇ ਜੀ, ਆਪਾਂ ਜੇ ਆਮ ਤੌਰ ਤੇ ਦੇਖਦੇ ਹਾਂ ਮਾਈਂਡਸੈਟ ਦੀ ਗੱਲ ਕਰੀਏ, ਇੱਕ ਹੁੰਦਾ ਗਰੋਥ ਮਾਈਂਡਸੈਟ, ਇੱਕ ਹੁੰਦਾ ਫਿਕਸਡ ਮਾਈਂਡਸੈਟ। ਜਿਹੜਾ ਫਿਕਸਡ ਮਾਈਂਡਸੈਟ ਹੋਏਗਾ ਉਹ ਕਹੇਗਾ ਕਿ ਮੈਨੂੰ ਸਵੇਰੇ ਉੱਠ ਕੇ ਬੈਠਣ ਦੀ ਕੋਈ ਲੋੜ ਨਹੀਂ ਹੈ, ਮੈਂ ਜਿੱਦਾਂ ਹਾਂ ਮੈਂ ਠੀਕ ਹਾਂ, ਮੈਂ ਆਪਣੇ ਮਾਈਂਡ ਨੂੰ ਮੈਨੇਜ ਕਰ ਰਿਹਾ ਤੇ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ, ਮੈਨੂੰ ਕੋਈ ਬੰਦਾ ਦੱਸੇ ਨਾ। ਕਿਉਂਕਿ ਅਸੀਂ ਜਦੋਂ ਸ਼ੁਰੂ ਕਰਦੇ ਸੀ ਨਾ ਇਹੋ ਜਿਹੀ ਗੱਲਾਂ, ਤਾਂ ਜਦ ਸਾਡੇ ਦਿਮਾਗ ਦੇ ਕਪਾਟ ਖੁੱਲ੍ਹਦੇ ਸੀਗੇ ਤਾਂ ਉਦੋਂ ਲੱਗਦਾ ਸੀ ਯਾਰ ਇਹ ਬੰਦਾ ਮੈਨੂੰ ਕਿਉਂ ਦੱਸ ਰਿਹਾ ਕਿ ਆਪ ਪਰਫੈਕਟ ਹੈ, ਇਹ ਮੈਨੂੰ ਦੱਸ ਰਿਹਾ ਤੂੰ ਇੱਦਾਂ ਕਰ, ਪਰ ਮੈਂ ਨਹੀਂ ਕਰਨਾ ਚਾਹੁੰਦਾ। ਜਿਹੜਾ ਫਿਕਸ ਮਾਈਂਡਸੈਟ ਹੈ ਉਹ ਕਹੇਗਾ ਮੈਂ ਪਰਫੈਕਟ ਹਾਂ, ਮੈਨੂੰ ਕੁਛ ਨਾ ਕਹੋ। ਜਿਹੜਾ ਗਰੋਥ ਵਾਲਾ ਮਾਈਂਡਸੈਟ ਹੈ, growth mindset always remains open to a good feedback from people, from books, from role models। ਉਹਨੂੰ ਐਂ ਲੱਗਦਾ ਜਿਹੜਾ ਗਰੋਥ ਮਾਈਂਡਸੈਟ ਵਾਲਾ ਬੰਦਾ ਹੈ ਕਿ ਮੈਂ ਜਿੰਨਾ ਵੀ ਉੱਪਰ ਆ ਗਿਆ, ਜਿੰਨਾ ਵੀ ਉੱਪਰ ਪਹੁੰਚ ਗਿਆ, ਮੈਂ ਅਜੇ ਵੀ ਸਟੂਡੈਂਟ ਹਾਂ। ਜੇ ਮੈਨੂੰ ਕੋਈ ਬੰਦਾ ਕੋਈ ਵਧੀਆ ਗੱਲ ਦੱਸ ਰਿਹਾ, ਮੈਂ ਉਹਨੂੰ ਜ਼ਰੂਰ ਆਪਣੇ ਅੰਦਰ ਗ੍ਰਹਿਣ ਕਰਾਂ ਤੇ ਮੈਂ ਉਹਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂ। ਗਰੋਥ ਮਾਈਂਡਸੈਟ ਵਰਸਸ ਫਿਕਸਡ ਮਾਈਂਡਸੈਟ। ਤੇ ਜਿਹੜਾ ਗਰੋਥ ਮਾਈਂਡਸੈਟ ਹੈ ਉਹ ਇਹਨਾਂ ਚੀਜ਼ਾਂ ਨੂੰ ਕਹੇਗਾ, ਹਾਂਜੀ ਜਿਹੜਾ ਸਿੱਖ ਦਾ ਮਤਲਬ ਹੈ, ਸਿੱਖ ਦਾ ਮਤਲਬ ਹੀ ਡਿਸਾਈਪਲ ਹੈ। ਅਸੀਂ ਸਾਰੇ ਸਟੂਡੈਂਟਸ ਰਹਿੰਦੇ ਹਾਂ ਜੀ। ਜਿਵੇਂ ਕਹਿੰਦੇ ਜਿਹੜੀ ਜਰਨੀ ਹੈ ਨਾ ਇਨਸਾਨ ਦੀ ਟੂਵਰਡਸ ਪ੍ਰੋਗਰੈਸ, ਉਹ ਹਮੇਸ਼ਾ ਇੱਕ ਜਰਨੀ ਹੀ ਰਹਿੰਦੀ ਹੈ, ਉਹ ਕਦੇ ਡੈਸਟੀਨੇਸ਼ਨ ਵੱਲ ਨਹੀਂ ਪਹੁੰਚਦੀ। ਅਸੀਂ ਅਖੀਰ ਤੱਕ ਕੁਛ ਨਾ ਕੁਛ ਲਰਨ ਹੀ ਕਰੀ ਜਾਣਾ ਇੱਕ ਦੂਜੇ ਤੋਂ। ਗਰੋਥ ਮਾਈਂਡਸੈਟ ਵਿੱਚ ਜਿਹੜਾ ਬੰਦਾ ਹੁੰਦਾ ਹੈ ਉਹ ਫੇਲੀਅਰ ਨੂੰ ਜਾਂ ਰਿਜੈਕਸ਼ਨ ਨੂੰ ਐਜ਼ ਅ ਇਨਸਲਟ ਨਹੀਂ ਫੀਲ ਕਰਦਾ। ਜਦੋਂ ਵੀ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਮੈਂ 2008 ਵਿੱਚ ਜਦੋਂ ਲੇ ਆਫ ਹੋਇਆ
2008 ਦੇ ਰਿਸੈਸ਼ਨ ਵਿੱਚ ਮੇਰੀ ਜੌਬ ਚਲੀ ਗਈ ਅਤੇ ਮੈਂ ਉਦੋਂ ਮੇਰਾ ਮਾਈਂਡਸੈਟ ਇੱਦਾਂ ਦਾ ਨਹੀਂ ਸੀਗਾ। 2008 ਦੇ ਵਿੱਚ ਆਈ ਵਾਜ਼ ਵੈਰੀ ਡਿਸਅਪੁਆਇੰਟਡ ਕਿ ਮੇਰੀ ਜੌਬ ਕਿੱਦਾਂ ਚਲੀ ਗਈ, ਅਤੇ ਮੈਂ ਈਵਨ ਅਸੀਂ ਇੰਨੇ ਸਟਰੋਂਗ ਨਹੀਂ ਹੁੰਦੇ ਅੰਦਰੋਂ। ਈਵਨ ਆਈ ਸਟਾਰਟਡ ਕਰਾਈਂਗ। ਮੈਨੂੰ ਯਾਦ ਆ ਮੈਂ ਆਪਣੇ ਫਾਦਰ ਸਾਹਿਬ ਨੂੰ ਫੋਨ ਲਾਇਆ, ਮੈਂ ਕਿਹਾ ਇੱਦਾਂ ਕਿਉਂ ਹੋਇਆ ਮੇਰੇ ਨਾਲ। ਪਰ ਉਹ ਜਿਹੜੀ ਚੀਜ਼ ਹੈ, ਜਿਹੜੀ ਤੁਸੀਂ ਰਿਜੈਕਸ਼ਨ ਨੂੰ ਤੁਸੀਂ ਐਜ਼ ਅ ਇਨਸਲਟ ਆਪਣੇ ਉੱਤੇ ਲੈ ਲੈਂਦੇ ਹੋ ਕਿ ਮੇਰੀ ਜੌਬ ਚਲੀ ਗਈ, ਬਾਕੀਆਂ ਦੀ ਨਹੀਂ ਗਈ, ਮੇਰੇ ਨਾਲ ਹੀ ਇੱਦਾਂ ਕਿਉਂ ਹੋਇਆ। ਪਰ ਜਿਹੜਾ ਗਰੋਥ ਮਾਈਂਡਸੈਟ ਵਾਲਾ ਇਨਸਾਨ ਹੈ ਉਹ ਕਦੇ ਵੀ ਰਿਜੈਕਸ਼ਨ ਨੂੰ ਐਜ਼ ਅ ਇਨਸਲਟ ਨਹੀਂ ਲੈਂਦਾ। ਉਹ ਕਹਿੰਦਾ ਕਿ ਜਿਹੜੀ ਰਿਜੈਕਸ਼ਨ ਮੈਨੂੰ ਮਿਲੀ ਹੈ ਲਾਈਫ ਦੇ ਵਿੱਚ, ਜਿਹੜੀ ਮੈਨੂੰ ਫੇਲੀਅਰ, ਸੋ ਕਾਲਡ ਫੇਲੀਅਰ, ਵੈਸੇ ਕਹਿੰਦੇ ਨੇ ਫੇਲੀਅਰ ਕੁਛ ਨਹੀਂ ਹੁੰਦਾ, ਜਿਹੜਾ ਸੋ ਕਾਲਡ ਫੇਲੀਅਰ ਹੈ ਇਹ ਮੈਨੂੰ ਕੁਝ ਸਿਖਾਏਗਾ ਅੱਗੇ ਜਾ ਕੇ, ਅਤੇ ਮੈਂ ਇਸ ਤੋਂ ਵਧੀਆ ਇਨਸਾਨ ਬਣਾਂਗਾ। ਜੇ ਉਹ ਟੈਕਨੀਕਲੀ ਹੈ ਜਾਂ ਜੇ ਉਹ ਸਪਿਰਿਚੁਅਲੀ ਮੇਰੀ ਕੋਈ ਗਰੋਥ ਅੰਦਰੋਂ ਹੋਣ ਵਾਲੀ ਬਾਕੀ ਹੈ, ਤਾਂ ਮੈਨੂੰ ਕੋਈ ਲਾਈਫ ਕੁਝ ਸਿਖਾ ਰਹੀ ਹੈ। ਜਦੋਂ 2008 ਵਿੱਚ ਜਦੋਂ ਮੇਰੀ ਲੇ ਆਫ ਹੋਈ, ਅਤੇ ਆਈ ਟਰਾਈ ਟੂ ਗੈਟ ਜੋਬ ਆਲ ਓਵਰ ਦ US। ਬੰਦੇ ਨੂੰ ਹੁੰਦਾ ਮੈਨੂੰ ਕਿਤੇ ਵੀ ਜੋਬ ਮਿਲ ਜੇ, ਪਰ ਨਹੀਂ ਮਿਲ ਰਹੀ ਸੀ, ਅਤੇ ਮੈਂ ਫਿਰ ਇੱਕ ਸਟੋਰ 'ਤੇ ਆ ਕੇ ਜੋਬ ਕਰਨੀ ਸ਼ੁਰੂ ਕਰਤੀ। ਸੋ ਰਾਈਟ ਫਰੋਮ ਅ ਪ੍ਰੋਜੈਕਟ ਇੰਜੀਨੀਅਰ ਵਰਕਿੰਗ ਇਨ GE, ਆਈ ਵਾਜ਼ ਸਿਟਿੰਗ ਇਨ 7-Eleven ਡੂਇੰਗ ਅ ਨਾਈਟ ਸ਼ਿਫਟ। 7-Eleven ਇੱਕ ਸਟੋਰ ਹੁੰਦਾ ਜੀ, ਉੱਥੇ ਤੁਸੀਂ ਖੜ ਕੇ ਕੈਂਡੀਆਂ ਵੇਚਦੇ ਹੋ। ਉਹ ਜਿਹੜਾ ਇੱਕ ਟਰਾਂਸਫੋਰਮੇਸ਼ਨ ਮੇਰੇ ਅੰਦਰ ਆਇਆ ਨਾ, ਕਿ ਮੈਂ ਸੋਚਿਆ, ਮੈਂ ਕਿਹਾ ਇਹ ਚੀਜ਼ ਜਿਹੜੀ ਹੈ ਮੇਰੀ ਸਪਿਰਿਚੁਅਲ ਗਰੋਥ ਲਈ ਬਹੁਤ ਜ਼ਰੂਰੀ ਸੀ, ਕਿਉਂਕਿ ਇਨਸਾਨ ਜਿਹੜਾ ਉਹ ਡਰ ਵਿੱਚ ਹੀ ਜ਼ਿੰਦਗੀ ਕੱਢ ਦਿੰਦਾ ਆਪਣੀ ਸਾਰੀ। ਇਹ ਬੜਾ ਵੱਡਾ ਇੱਕ ਇਮੋਸ਼ਨ ਹੈ ਇਨਸਾਨ ਦਾ, ਡਰ। ਜਦੋਂ ਬੰਦੇ ਦਾ ਡਰ ਨਿਕਲ ਜੇ, ਉਦੋਂ ਕਹਿੰਦੇ ਨੇ ਕਿ ਬੰਦੇ ਦੀ ਅਸਲੀ ਜਿਹੜੀ ਹੈ ਨਾ ਗਰੋਥ ਜਿਹੜੀ ਹੈ, ਜਿਵੇਂ ਕਹਿੰਦੇ ਨੇ ਕਿ ਸਕਸੈਸ ਲਾਈਜ਼ ਔਨ ਦ ਅਦਰ ਸਾਈਡ ਆਫ ਫੀਅਰ। ਜਦ ਤੱਕ ਬੰਦਾ ਫੀਅਰਫੁਲ ਹੈ, ਉਹ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ, ਅਤੇ ਜਦੋਂ ਬੰਦੇ ਦਾ ਫੀਅਰ ਨਿਕਲ ਜਾਂਦਾ ਤੇ ਉਹ ਕਾਮਯਾਬ ਹੋਣਾ ਸ਼ੁਰੂ ਹੋ ਜਾਂਦਾ। ਅਤੇ ਲਾਈਕ ਆਈ ਸੈਡ, ਆਈ ਵਾਜ਼ ਐਜ਼ ਅ ਪ੍ਰੋਜੈਕਟ ਇੰਜੀਨੀਅਰ ਇਨ GE, ਦੈਨ ਆਈ ਕੇਮ ਡਾਊਨ ਟੂ ਅ $7 ਪਰ ਆਵਰ ਜੋਬ ਇਨ ਅ ਕਨਵੀਨੀਅੰਸ ਸਟੋਰ ਇਨ ਦ US। ਉਸ ਚੀਜ਼ ਨੇ ਮੈਨੂੰ ਕੰਪੈਲ ਕੀਤਾ ਇਸ ਲਈ ਕਿ ਮੈਂ, ਕੀ ਇਹ ਮੇਰੇ ਨਾਲ ਹੀ ਹੋਇਆ, ਬਾਕੀਆਂ ਨਾਲ ਨਹੀਂ ਹੋਇਆ। 2008 ਵਿੱਚ ਬਹੁਤ ਲੋਕਾਂ ਨਾਲ ਲੇ ਆਫ ਹੋਈ ਸੀ। ਲੇ ਆਫ ਇਜ਼ ਵੈਨ ਦ ਕੰਪਨੀ ਹੈਜ਼ ਟੂ ਲੈਟ ਯੂ ਗੋ ਬਿਕੋਜ਼ ਆਫ ਫਾਈਨੈਂਸ਼ੀਅਲ ਟਰਬਲਸ। 2008 ਵਿੱਚ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਟਰਬਲ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਕਿ ਵਰਲਡ ਦਾ ਰਿਸੈਸ਼ਨ ਜਿਹੜਾ ਉਹ US ਤੋਂ ਹੀ ਸ਼ੁਰੂ ਹੁੰਦਾ। ਜਦੋਂ US ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਇਕਨੋਮਿਕਲੀ, ਇਟ ਟ੍ਰਿਕਲਸ ਡਾਊਨ ਟੂ ਆਲ ਓਵਰ ਦ ਵਰਲਡ। ਇੱਕ ਉਹ ਮੇਰਾ ਇੱਕ ਜਰਨੀ ਦੇ ਵਿੱਚ ਇੱਕ ਦੈਟ ਵਾਜ਼ ਅ ਮਾਈਲਸਟੋਨ। ਫੇਲੀਅਰ ਨੂੰ ਆਪਣੇ ਪਰਸਨਲੀ ਆਪਣੇ ਉੱਤੇ ਨਾ ਲੈਣਾ, ਪਰਸਨਲੀ ਇਹ ਨਾ ਸੋਚਣਾ ਕਿ ਮੇਰੇ ਫੇਲੀਅਰ ਹੋਇਆ ਤੇ ਮੇਰੀ ਇਨਸਲਟ ਹੈ, ਜਾਂ ਪਰਸਨਲੀ ਮੇਰੇ ਨਾਲ ਹੀ ਕਿਉਂ ਹੋਇਆ, ਬਲਕਿ ਉਹਨੂੰ ਇਨ ਅ ਪੋਜ਼ੀਟਿਵ ਵੇ ਦੇਖਣਾ ਕਿ ਮੇਰੇ ਅੰਦਰ ਕਿਹੜੀ ਗਰੋਥ ਹੈ ਜਿਹੜੀ ਕਿ ਮੈਂ ਫੇਲੀਅਰ ਦੇ ਰਾਹੀਂ ਜਿਹੜਾ ਹੈ ਉਹ ਕਰ ਸਕਦਾ। ਮੈਨੂੰ ਇੱਥੇ ਆਈ ਵਿਲ ਕੋਟ MS ਧੋਨੀ ਨੂੰ ਕਿਸੇ ਨੇ ਪੁੱਛਿਆ ਜੀ, MS ਧੋਨੀ ਸਾਰੇ ਜਾਣਦੇ ਹੋ ਧੋਨੀ ਨੂੰ, ਬੜਾ ਕਾਮਯਾਬ ਇਨਸਾਨ ਹੈ ਜੀ। ਧੋਨੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਕਿ ਤੂੰ ਕਿੱਦਾਂ ਇੰਨਾ ਕੁਝ ਅਚੀਵ ਕਰ ਲਿਆ। ਉਹ ਕਹਿੰਦਾ ਕਿ ਮੈਂ ਆਈ ਸੀ ਦਿਸ ਐਜ਼ ਅ ਪ੍ਰੋਸੈਸ ਐਂਡ ਆਈ ਡੋਂਟ ਫੋਕਸ ਔਨ ਦ ਰਿਜ਼ਲਟਸ। ਅਤੇ ਇਹ ਉਹਨੂੰ ਉਦੋਂ ਪੁੱਛਿਆ ਸੀ ਉਹਨਾਂ ਨੇ, ਜਦੋਂ ਉਹ ਪਤਾ ਨਹੀਂ ਸ਼ਾਇਦ ਆਊਟ ਹੋ ਕੇ ਬਾਹਰ ਆਇਆ ਸੀਗਾ, ਅਤੇ ਉਹਨੇ ਪਰਫੋਰਮ ਨਹੀਂ ਸੀ ਕੀਤਾ, ਉਹਦੀ ਟੀਮ ਨੇ ਵੀ ਪਰਫੋਰਮ ਨਹੀਂ ਸੀ ਕੀਤਾ, ਅਤੇ ਉਹਨਾਂ ਨੇ ਕਿਹਾ ਕਿ ਤੂੰ ਇਹਨੂੰ ਕਿੱਦਾਂ ਦੇਖਦਾ। ਉਹ ਕਹਿੰਦਾ ਕਿ ਮੈਂ ਇਹਨੂੰ ਐਜ਼ ਅ ਪ੍ਰੋਸੈਸ ਦੇਖਦਾ, ਅਤੇ ਮੈਂ ਰਿਜ਼ਲਟਸ 'ਤੇ ਕਦੇ ਫੋਕਸ ਨਹੀਂ ਕਰਦਾ। ਅਤੇ ਜਦ ਤੱਕ ਅਸੀਂ ਇਹ ਪ੍ਰੋਸੈਸ 'ਤੇ ਫੋਕਸ ਰਵਾਂਗੇ ਕਿ ਜੇ ਮੈਂ ਸਵੇਰੇ ਉੱਠ ਕੇ ਫਿਟਨੈਸ 'ਤੇ ਟਾਈਮ ਲਾ ਰਿਹਾ, ਆਪਣਾ ਜਰਨਲ ਲਾ ਰਿਹਾ, ਜੇ ਮੈਂ ਮੋਟੀਵੇਸ਼ਨਲ ਲੈਕਚਰ ਸੁਣ ਰਿਹਾ, ਜੇ ਮੈਂ ਬੁੱਕਸ ਪੜ੍ਹ ਰਿਹਾ, ਇਹ ਮੇਰੀ ਜਰਨੀ ਹੈ, ਮੈਨੂੰ ਇਹਦੇ ਵਿੱਚੋਂ ਮਿਲੇਗਾ ਕਿ ਆਈ ਡੋਂਟ ਫੋਕਸ ਔਨ ਦੈਟ। ਆਰ ਯੂ ਆਲ ਵਿਦ ਮੀ? ਕਿ ਆਪਾਂ ਜੇ ਇਹ ਪ੍ਰੋਸੈਸ 'ਤੇ ਫੋਕਸ ਕਰਾਂਗੇ ਤਾਂ ਰਿਜ਼ਲਟਸ ਵਿਲ ਫੋਲੋ। ਇਹ ਜਿਹੜੀ ਚੀਜ਼ ਹੈ ਇਹਨੂੰ ਸਮਝਣ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ, ਕਿਉਂਕਿ ਸਾਰੇ ਅੱਜ ਕੱਲ੍ਹ ਦੀ ਸੁਸਾਇਟੀ ਇੰਨੀ ਫਾਸਟ ਹੈ, ਅਸੀਂ ਸਾਰੇ ਚਾਹੁੰਦੇ ਹਾਂ ਸਾਨੂੰ ਫਟਾਫਟ ਰਿਜ਼ਲਟ ਮਿਲਣ। ਅਸੀਂ ਕੀ ਕਰ ਰਹੇ ਹਾਂ, ਸਾਨੂੰ ਫਟਾਫਟ ਇੱਕ ਅਚੀਵਮੈਂਟ ਮਿਲ ਜੇ ਅਤੇ ਫਿਰ ਅਸੀਂ ਬਹਿ ਜਾਈਏ ਆਰਾਮ ਨਾਲ। ਪਰ ਜਿਹੜਾ ਪ੍ਰੋਸੈਸ ਨੂੰ ਇੰਜੋਏ ਕਰਦਾ, ਰਿਜ਼ਲਟਸ ਡੈਫੀਨੇਟਲੀ ਵਿਲ ਫੋਲੋ। ਅਨਦਰ ਐਗਜ਼ਾਮਪਲ ਦੈਟ ਆਈ ਵੁੱਡ ਲਾਈਕ ਟੂ ਕੋਟ ਹੇਅਰ ਇਜ਼ ਵਿਰਾਟ ਕੋਹਲੀ ਦਾ। ਤੁਹਾਨੂੰ ਪਤਾ ਜੀ 2-3 ਸਾਲ ਬਹੁਤ ਮਾੜਾ ਟਾਈਮ ਰਿਹਾ, ਆਪਾਂ ਸਭ ਜਾਣਦੇ ਹਾਂ। ਹੀ ਹੈਜ਼ ਅਚੀਵਡ ਵਾਟ ਈਵਨ ਸਚਿਨ ਤੇਂਦੁਲਕਰ, ਉਸ ਬੰਦੇ ਨੇ ਵੀ ਇੰਨਾ ਅਚੀਵ ਨਹੀਂ ਕੀਤਾ ਹੋਣਾ ਜਿੰਨਾ ਵਿਰਾਟ ਕੋਹਲੀ ਨੇ ਇੰਨੇ ਘੱਟ ਟਾਈਮ ਦੇ ਵਿੱਚ ਅਚੀਵ ਕੀਤਾ। ਉਹਦੇ ਮਾਈਂਡਸੈਟ ਨੂੰ ਮੈਂ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਿਆ ਵਿਰਾਟ ਕੋਹਲੀ ਦੇ। ਉਹਨੂੰ ਜਦੋਂ ਉਹਨੇ ਲਾਸਟ ਵੀਕ ਜਦੋਂ ਪਰਫੋਰਮ ਕੀਤਾ ਅਗੇਂਸਟ ਪਾਕਿਸਤਾਨ, ਆਪਾਂ ਸਭ ਜਾਣਦੇ ਹੀ ਪਰਫੋਰਮ ਕੀਤਾ ਉਹਨੇ ਪਾਕਿਸਤਾਨ ਦੇ ਅਗੇਂਸਟ, ਹੈ ਨਾ, ਸਿੰਗਲ ਹੈਂਡਡਲੀ ਹੀ ਲੈਡ ਦ ਟੀਮ ਟੂ ਵਿਕਟਰੀ। ਤਾਂ ਉਹਨੂੰ ਕਿਸੇ ਨੇ ਪੁੱਛਿਆ, ਕਹਿੰਦੇ ਕਿ ਤੇਰਾ ਜਿਹੜਾ ਫੇਲੀਅਰ ਸੀਗਾ, ਜਿਹੜਾ ਤੂੰ 2-2.5 ਸਾਲ ਤੋਂ, ਉਹਨਾਂ ਨੇ ਫੇਲੀਅਰ ਵਰਡ ਲਿਆ ਕਿ ਜਿਹੜਾ ਤੇਰਾ 2-2.5 ਸਾਲ ਤੋਂ ਫੇਲੀਅਰ ਸੀਗਾ, ਉਹਨੂੰ ਕਿੱਦਾਂ ਦੇਖਦਾ? ਉਹ ਕਹਿੰਦਾ ਵਾਟ ਇਜ਼ ਫੇਲੀਅਰ? ਕਹਿੰਦਾ ਕਿਹੜਾ ਫੇਲੀਅਰ? ਕਹਿੰਦਾ ਜਦੋਂ ਫੇਲੀਅਰ ਵਿੱਚ ਕਹਿੰਦਾ ਤੁਸੀਂ ਆਪਣੀ ਜਿਹੜੀ ਹੈ ਨਾ ਇੰਟਰੋਸਪੈਕਸ਼ਨ ਕਰਦੇ ਹੋ, ਅਤੇ ਆਪਣੇ ਅੰਦਰ ਜਿਹੜੀਆਂ ਤੁਹਾਡੀ ਖਾਮੀਆਂ ਨੇ ਉਹਨੂੰ ਇੰਪਰੂਵ ਕਰਦੇ ਹੋ, ਬਲਕਿ ਜਿਹੜਾ ਸਕਸੈਸ ਹੈ ਉਹ ਤੁਹਾਡੀ ਈਗੋ ਨੂੰ ਬੂਸਟ ਕਰਦਾ।
ਇਹ ਹੁਣ ਕਿੰਨੀ ਵੱਡੀ ਗੱਲ ਹੈ ਜੀ ਕਿ ਜਿਹੜਾ ਸਕਸੈਸ ਹੈ ਉਹ ਤੁਹਾਡੀ ਈਗੋ ਨੂੰ, ਜਿਹੜਾ ਬੰਦਾ ਇਦਾਂ ਦੇ ਮਾਈਂਡਸੈਟ ਨਾਲ ਲਾਈਫ ਵਿੱਚ ਜਾ ਰਿਹਾ ਉਹ ਕਦੇ ਹਾਰ ਸਕਦਾ? ਨਹੀਂ ਹਾਰ ਸਕਦਾ, ਕਿਉਂਕਿ ਜਦੋਂ ਵੀ ਉਹਨੂੰ ਕੋਈ ਚੀਜ਼ ਨਹੀਂ ਮਿਲੇਗੀ ਜਾਂ ਉਹਨੂੰ ਕੋਈ ਅਚੀਵਮੈਂਟ ਨਹੀਂ ਹੋਏਗੀ ਉਹਦੀ, ਉਹ ਕਹੇਗਾ ਦਿਸ ਇਜ਼ ਪਾਰਟ ਆਫ ਦ ਜਰਨੀ। ਹੋ ਸਕਦਾ ਕਿ ਇਹਦੇ ਵਿੱਚੋਂ ਮੈਨੂੰ ਕੁਝ ਚੰਗਾ ਮਿਲੇ, ਤਾਂ ਉਹਨੇ ਉਸ ਫੇਲੀਅਰ ਨੂੰ ਦਿਲ 'ਤੇ ਨਹੀਂ ਲਿਆ। ਸਾਨੂੰ ਅਸੀਂ ਪ੍ਰੈਸ਼ਰ ਦੇ ਵਿੱਚ ਕਦੇ ਪਰਫਾਰਮ ਨਹੀਂ ਕਰ ਪਾਉਂਦੇ। ਇੱਕ ਕ੍ਰਿਕਟਰ ਜਿਹੜਾ ਹੈਗਾ ਉਹ ਇੰਨੇ ਗਰਾਊਂਡ ਦੇ ਵਿੱਚ 90,000 ਪੀਪਲ ਵਰ ਵਾਚਿੰਗ ਕੋਹਲੀ ਵੈਨ ਹੀ ਡਿਡ ਦ ਫੀਟ ਦੈਟ ਹੀ ਅਕੰਪਲਿਸ਼ਡ ਲਾਸਟ ਵੀਕ। 90,000 ਪੀਪਲ ਵਰ ਵਾਚਿੰਗ ਹਿਮ। ਅਤੇ ਉਸ ਟਾਈਮ 'ਤੇ ਆਪਣੇ ਮਾਈਂਡ ਨੂੰ ਸਹੀ ਰੱਖਣਾ, ਉਸ ਟਾਈਮ 'ਤੇ ਪਰਫਾਰਮ ਕਰਨਾ, ਇਹਦਾ ਮਤਲਬ ਸਾਨੂੰ ਕੁਝ ਸਿੱਖਣ ਦੀ ਲੋੜ ਹੈ ਉਸ ਬੰਦੇ ਤੋਂ। ਹੁਣ ਤੱਕ ਕੋਈ ਸਵਾਲ ਜੀ, ਕੋਈ ਫੀਡਬੈਕ? ਮੈਂ ਨਾ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ ਆਮ ਲਾਈਫ ਦੇ ਵਿੱਚੋਂ। ਚਲੋ ਆਪਾਂ ਗੱਲ ਕਰਦੇ ਹਾਂ ਧੋਨੀ ਦੀ, ਕੋਹਲੀ ਦੀ, ਆਪਾਂ ਆਮ ਬੰਦੇ ਦੀ ਐਗਜ਼ਾਮਪਲ ਲੈਂਦੇ ਹਾਂ। ਮੈਂ ਦਿੱਲੀ ਤੋਂ ਜਦੋਂ ਆ ਰਿਹਾ ਸੀ ਇੱਥੇ ਚੰਡੀਗੜ੍ਹ ਟੈਕਸੀ ਦੇ ਵਿੱਚ, ਉਹ ਟੈਕਸੀ ਵਾਲੇ ਨੂੰ ਮੈਂ ਪੁੱਛਿਆ, ਮੈਂ ਕਿਹਾ ਹਰ ਬੰਦੇ ਦਾ ਮਾਈਂਡਸੈਟ ਨੂੰ ਦੇਖਣ ਨੂੰ ਮੇਰਾ ਦਿਲ ਕਰਦਾ। ਮੈਂ ਕਿਹਾ ਤੂੰ ਕਿੱਦਾਂ ਦੇਖਦਾ ਹੈ ਕਿ ਜਿਹੜਾ ਊਬਰ ਹੈ ਜਾਂ ਓਲਾ ਹੈ, ਉਹ ਕਾਫੀ ਉਹਨੇ ਇੰਡਸਟਰੀ ਨੂੰ ਇੱਥੇ ਆ ਕੇ ਓਵਰਟੇਕ ਕਰ ਲਿਆ, ਤੁਹਾਡਾ ਜਿਹੜਾ ਕੰਮ ਹੈ ਉਹ ਖਰਾਬ ਨਹੀਂ ਹੋਇਆ? ਅਤੇ ਉਹ ਕਹਿੰਦਾ ਕਿ ਹੁਣ ਆਪਾਂ ਗੱਲ ਕਰਦੇ ਹਾਂ ਫਿਕਸ ਮਾਈਂਡਸੈਟ ਦੀ। ਉਹ ਕਹਿੰਦਾ ਕਿ ਹਾਂਜੀ ਬਿਲਕੁਲ ਖਰਾਬ ਹੋ ਗਿਆ ਜੀ, ਸਾਡਾ ਤਾਂ ਕੰਮ ਰਿਹਾ ਹੀ ਨਹੀਂ ਹੁਣ, ਸਾਨੂੰ ਤਾਂ ਹੁਣ ਜਿਹੜੇ ਨੇ ਕਲਾਇੰਟ ਨਹੀਂ ਮਿਲਦੇ, ਵੀ ਡੋਂਟ ਗੈਟ ਐਨੀ ਕਲਾਇੰਟਸ, ਵੀ ਹੈਵ ਟੂ ਰਨ ਅਰਾਊਂਡ ਟੂ ਗੈਟ ਸਾਨੂੰ ਕੋਈ ਸਵਾਰੀ ਮਿਲ ਜੇ ਦਿੱਲੀ ਤੱਕ ਦੀ ਏਅਰਪੋਰਟ ਦੀ, ਬੜੀ ਵੱਡੀ ਗੱਲ ਹੈ ਸਾਡੇ ਲਈ। ਅਤੇ ਮੈਂ ਕਿਹਾ ਤੂੰ ਕਦੇ ਆਪਣਾ ਕੰਮ ਖੋਲ੍ਹਣ ਬਾਰੇ ਨਹੀਂ ਸੋਚਿਆ? ਕਹਿੰਦਾ ਨਹੀਂ ਜੀ, ਇਸ ਇਕੋਨਮੀ ਦੇ ਵਿੱਚ ਕਹਿੰਦਾ ਭਗਵੰਤ ਮਾਨ ਬਾਰੇ ਕਹਿਣ ਲੱਗ ਗਿਆ ਕਿ ਇੱਦਾਂ ਹੋ ਰਿਹਾ, ਇੱਦਾਂ ਹੋ ਰਿਹਾ, ਪੰਜਾਬ ਦੇ ਵਿੱਚ ਆਹ ਨਹੀਂ ਹੈ, ਉਹ ਨਹੀਂ ਹੈ। ਅਤੇ ਹੀ ਟਰਾਈ ਟੂ ਪੁੱਟ ਹਿਮਸੈਲਫ ਡਾਊਨ ਕਿ ਨਹੀਂ ਹੋ ਸਕਦਾ, ਅਤੇ ਇਕੋਨਮੀ ਵੀ ਮਾੜੀ ਹੈ, ਅਤੇ ਓਲਾ ਅਤੇ ਊਬਰ ਨੇ ਜਿਹੜਾ ਹੈ ਉਹ ਡਰਾਈਵਰਾਂ ਦਾ ਬਹੁਤ ਕੰਮ ਖਰਾਬ ਕਰਤਾ। ਅਤੇ ਹੁਣ ਤੁਹਾਨੂੰ ਮੈਂ ਦੱਸਦਾ ਗਰੋਥ ਮਾਈਂਡਸੈਟ ਬਾਰੇ। ਕੱਲ੍ਹ ਜਿਹੜਾ ਮੈਂ ਇੱਕ ਡਰਾਈਵਰ ਨੂੰ ਮਿਲਿਆ, ਉਹਦੇ ਨਾਲ ਚੰਡੀਗੜ੍ਹੋਂ ਮੈਂ ਲੁਧਿਆਣੇ ਆ ਰਿਹਾ ਸੀਗਾ, ਉਹਨੂੰ ਮੈਂ ਸੇਮ ਸਵਾਲ ਕੀਤਾ। ਮੈਂ ਕਿਹਾ ਯਾਰ ਤੂੰ ਕਿੱਦਾਂ ਦੇਖਦਾ ਓਲਾ ਨੂੰ ਅਤੇ ਊਬਰ ਨੂੰ? ਕਹਿੰਦਾ ਓਲਾ ਅਤੇ ਜਿਹੜਾ ਊਬਰ ਹੈ ਸਿਰਫ ਲੋਕਲੀ ਚੱਲਦਾ, ਲੌਂਗ ਰੂਟਸ 'ਤੇ ਅਜੇ ਸਾਨੂੰ ਅਫੈਕਟ ਨਹੀਂ ਕਰ ਪਾਏ ਉਹ। ਹੁਣ ਇਕੋਨਮੀ ਸੇਮ, ਸਿਚੁਏਸ਼ਨ ਸੇਮ, ਊਬਰ ਵੀ ਸੇਮ ਅਤੇ ਓਲਾ ਵੀ ਸੇਮ, ਪਰ ਇੱਕ ਇਨਸਾਨ ਸੋਚ ਰਿਹਾ ਕਿ ਮੈਂ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਹੈ ਉਹ ਊਬਰ ਨੇ ਮੈਨੂੰ ਕਰਨ ਨਹੀਂ ਦੇਣਾ। ਅਤੇ ਇੱਕ ਇਨਸਾਨ ਸੋਚ ਰਿਹਾ ਕਿ ਉਹ ਜਿਹੜੇ ਹੈਗੇ ਨੇ ਡੋਮੈਸਟਿਕਲੀ ਫੋਕਸ ਨੇ ਲੋਕਲ ਰੂਟਸ 'ਤੇ, ਅਤੇ ਮੈਂ ਜਿਹੜਾ ਹੈ ਉਹ ਬਾਹਰ ਦੇ ਰੂਟ ਲੈ ਕੇ, ਅਤੇ ਉਹ ਕਹਿੰਦਾ ਕਿ ਮੈਂ ਆਪਣੀ ਜਿਹੜੀ ਕੰਪਨੀ ਹੈ ਬਣਾ ਲਈ ਹੈ, ਅਤੇ ਮੈਂ ਟੈਕਸੀ ਜਿਹੜਾ ਹੈ ਉਹਦੇ ਲਈ ਲੋਨ ਲੈ ਲਿਆ, ਅਤੇ ਨੈਕਸਟ ਮੰਥ ਆਈ ਐਮ ਸਟਾਰਟਿੰਗ ਮਾਈ ਓਨ ਬਿਜ਼ਨਸ। ਇਹ ਬੜਾ ਇੱਕ ਗ੍ਰਾਸ ਰੂਟ ਲੈਵਲ ਦਾ ਐਗਜ਼ਾਮਪਲ ਹੈ ਸਾਡੇ ਸਾਹਮਣੇ, ਕਿ ਆਪਾਂ ਕਹਿੰਦੇ ਹਾਂ ਕਿ ਇਕੋਨਮੀ ਨਹੀਂ ਸਹੀ ਹੈਗੀ, ਪੰਜਾਬ 'ਚ ਸਾਨੂੰ ਰਿਸੋਰਸਿਸ ਨਹੀਂ ਹੈਗੇ, ਪੰਜਾਬ 'ਚ ਕੁਛ ਨਹੀਂ ਰੱਖਿਆ। ਅਸੀਂ ਕਿਤੇ ਵੀ ਹੋਈਏ, ਅਸੀਂ ਰਿਸੋਰਸਿਸ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਇਸ ਕਰਕੇ ਮੈਂ ਨਹੀਂ ਕਰ ਸਕਦਾ। ਪਰ ਜਿਹੜਾ ਗਰੋਥ ਮਾਈਂਡਸੈਟ ਹੈ ਉਹ ਹਮੇਸ਼ਾ ਸੇਮ ਇਕੋਨਮੀ ਦੇ ਵਿੱਚ, ਸੇਮ ਰਿਸੋਰਸਿਸ ਦੇ ਵਿੱਚ, ਦੇ ਵਿਲ ਟਰਾਈ ਟੂ ਫਾਈਂਡ ਅ ਵੇ ਟੂ ਬਿਕਮ ਸਕਸੈਸਫੁਲ। ਇੱਕ ਹੋਰ ਚੀਜ਼ ਜਿਹੜੀ ਮੈਂ ਸ਼ਾਇਦ ਸ਼ੁਰੂ ਵਿੱਚ ਨਹੀਂ, ਆਈ ਡਿਡਨਟ ਟੱਚ ਅਪੋਨ ਦੈਟ,